ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ तमाम ਉਹਨਾਂ ਖਬਰਾਂ ਦੀ ਕਰਾਂਗੇ ਜਿਹੜੀਆਂ ਕੈਨੇਡਾ ਦੇ ਵਿੱਚ ਅੱਜ ਦਾ ਦਿਨ ਖਾਸ ਰਹੀਆਂ ਨੇ। ਫੈਡਰਲ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਨੇ। ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਨੇ, ਉਸੇ ਤਰ੍ਹਾਂ ਲੀਡਰ ਦੇਸ਼ ਵਾਸੀਆਂ ਦੇ ਨਾਲ ਕਈ ਵੱਡੇ ਵਾਅਦੇ ਕਰਦੇ ਹੋਏ ਨਜ਼ਰ ਆ ਰਹੇ ਨੇ। ਗੱਲ ਸਿਆਸਤ ਦੀ ਵੀ ਹੋਵੇਗੀ, ਗੱਲ ਜੋ ਉਡਾਨਾਂ ਸੰਬੰਧੀ ਵੀ ਹੋਵੇਗੀ, ਹੋਰ ਜਿਹੜੀਆਂ ਕੈਨੇਡਾ ਦੇ ਵਿੱਚ ਖਾਸ ਖਬਰਾਂ ਨੇ ਸਭ ਦੀ ਜਾਣਕਾਰੀ ਵਿਚਾਰ ਚਰਚਾ ਸੀ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਸੋ ਮਨਦੀਪ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਇੰਦਰਪ੍ਰੀਤ, ਤੁਹਾਨੂੰ ਤੇ ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਬਿਲਕੁਲ। ਸੋ ਮਨਦੀਪ ਜੀ, ਗੱਲ ਅਸੀਂ ਸਿਆਸਤ ਦੀ ਵੀ ਕਰਾਂਗੇ ਕਿਉਂਕਿ ਜਿਵੇਂ ਫੈਡਰਲ ਚੋਣਾਂ ਨੇੜੇ ਆ ਰਹੀਆਂ ਨੇ, ਉਸੇ ਤਰ੍ਹਾਂ ਜਿਹੜੀਆਂ ਸਿਆਸੀ ਸਰਗਰਮੀਆਂ ਵੀ ਕਾਫੀ ਜ਼ਿਆਦਾ ਤੇਜ਼ ਨਜ਼ਰ ਆ ਰਹੀਆਂ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਦੇਸ਼ ਵਾਸੀਆਂ ਦੇ ਨਾਲ ਕਈ ਵਾਅਦੇ ਕਰਦੇ ਹੋਏ ਨਜ਼ਰ ਆ ਰਹੇ ਨੇ। ਬਾਕੀ ਜਿਹੜੇ ਇਸ ਸਮੇਂ ਵੱਖ-ਵੱਖ ਪਾਰਟੀਆਂ ਦੇ ਲੀਡਰ ਨੇ, ਉਹਨਾਂ ਵੱਲੋਂ ਵੀ ਕੁਝ ਅਜਿਹਾ ਹੀ ਕੀਤਾ ਜਾ ਰਿਹਾ ਹੈ। ਲੰਬਾ ਸਮਾਂ ਹੋ ਗਿਆ ਚੋਣ ਪ੍ਰਚਾਰ ਨੂੰ। ਮੌਜੂਦਾ ਸਮੇਂ ਕੀ ਹਾਲਾਤ ਨੇ ਪਾਰਟੀਆਂ ਦੇ, ਕਿਸ ਤਰ੍ਹਾਂ ਦੀ ਸਪੋਰਟ ਉਹਨਾਂ ਨੂੰ ਮਿਲ ਰਹੀ ਹੈ, ਇਸ ਸਭ ਦੀ ਗੱਲ ਕਰਾਂਗੇ। ਪਰ ਇੱਥੇ ਬਹੁਤ ਜ਼ਰੂਰੀ ਗੱਲ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਵੀ ਇਸੇ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਹੋਇਆ ਹੈ। ਸੋ ਕੌਣ ਇਹ ਪ੍ਰਧਾਨ ਮੰਤਰੀ ਦਾ ਵਿਰੋਧ ਕਰ ਰਿਹਾ ਹੈ? ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਹਾਲਾਂਕਿ ਅਸੀਂ ਕੱਲ ਹੀ ਗੱਲ ਕੀਤੀ ਹੈ ਕਿ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਕਿ ਮੈਂ ਪਿੱਛੇ ਨਹੀਂ ਹਟਾਂਗਾ। ਪਰ ਇਹ ਵਿਰੋਧ ਕਰਨ ਵਾਲੇ ਕੌਣ ਨੇ? ਜੀ ਬਿਲਕੁਲ ਇੰਦਰਪ੍ਰੀਤ, ਕਿਉਂਕਿ ਪਿਛਲੇ 6 ਸਾਲ ਤੋਂ ਜਸਟਿਨ ਟਰੂਡੋ ਸੱਤਾ ਵਿੱਚ ਨੇ। ਸੋ ਸੁਭਾਵਿਕ ਹੁੰਦਾ ਕਿ ਜਦੋਂ ਤੁਸੀਂ ਸੱਤਾ 'ਚ ਹੋਵੋ ਤਾਂ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜੋ ਤੁਹਾਡੇ ਕੰਮ ਤੋਂ, ਤੁਹਾਡੀਆਂ ਨੀਤੀਆਂ ਨਾਲ ਜੋ ਸਹਿਮਤ ਨਹੀਂ ਹੁੰਦੇ। ਔਰ ਬਹੁਤ ਸਾਰੀਆਂ ਖਾਮੀਆਂ ਸਾਹਮਣੇ ਵੀ ਆਈਆਂ ਨੇ ਹੁਣ ਤੱਕ ਇਹ ਸਰਕਾਰ ਦੀਆਂ, ਪਰ ਬਹੁਤ ਸਾਰੇ ਲੋਕ ਸਮਰਥਨ ਵਿੱਚ ਵੀ ਨੇ। ਪਰ ਜੇਕਰ ਅਸੀਂ ਇਸ ਵਕਤ ਸਰਵੇ ਦੇਖੀਏ ਤਾਂ ਗੇਮ ਥੋੜੀ ਜਿਹਾ ਜਸਟਿਨ ਟਰੂਡੋ ਲਈ ਫਸਦੀ ਨਜ਼ਰ ਆ ਰਹੀ ਆ। ਪਰ ਜਿਹੜਾ ਤੁਹਾਡਾ ਸਵਾਲ ਸੀ ਕਿ ਵਿਰੋਧ ਕੌਣ ਕਰ ਰਿਹਾ, ਸੋ ਉਹਦੇ ਸੰਬੰਧੀ ਅੱਜ ਜਸਟਿਨ ਟਰੂਡੋ ਨੇ ਖੁਦ ਇਹ ਕਿਹਾ, ਕਿਉਂਕਿ ਅਸੀਂ ਵੀ ਕਈ ਥਾਵਾਂ ਤੇ ਦੇਖਿਆ ਇਲੈਕਸ਼ਨ ਤੋਂ ਪਹਿਲਾਂ ਵੀ ਜਿਹੜੇ ਕੁਝ ਲੋਕ ਅਜਿਹੇ ਨੇ ਜੋ ਕੋਵਿਡ ਵੈਕਸੀਨ ਦਾ ਜਿਹੜਾ ਉਹ ਵਿਰੋਧ ਕਰ ਰਹੇ ਨੇ। ਸੋ ਉਹਦੇ ਵਿੱਚ ਉਹ ਲੋਕ ਵੀ ਹੁੰਦੇ ਨੇ ਜੋ ਇਸ ਨੂੰ ਇੱਕ ਥਿਊਰੀ ਮੰਨਦੇ ਨੇ, ਇਸ ਨੂੰ ਇੱਕ ਚਾਲ ਮੰਨਦੇ ਨੇ। ਸੋ ਕੋਵਿਡ ਨੂੰ ਇੱਕ ਜੋ ਉਹ ਜਾਲ ਮੰਨਦੇ ਨੇ ਜੋ ਲੋਕਾਂ ਲਈ ਬੁਣਿਆ ਗਿਆ ਆਮ ਲੋਕਾਂ ਨੂੰ ਫਸਾਉਣ ਲਈ। ਸੋ ਉਹਦੇ ਵਿੱਚੋਂ ਵੈਕਸੀਨ ਦਾ ਵੀ ਵਿਰੋਧ ਲਗਾਤਾਰ ਕਰ ਰਹੇ ਨੇ। ਸੋ ਉਹਦੇ ਸੰਬੰਧੀ ਜਸਟਿਨ ਟਰੂਡੋ ਨੇ ਅੱਜ ਇੱਕ ਜਵਾਬ ਵੀ ਦਿੱਤਾ। ਹਾਲਾਂਕਿ ਪਹਿਲਾਂ ਅਸੀਂ ਦਰਸ਼ਕਾਂ ਨੂੰ ਦੱਸਦੇ ਕਿ ਅੱਜ ਅੰਟਾਰੀਓ ਵਿੱਚ ਜਸਟਿਨ ਟਰੂਡੋ ਚੋਣ ਪ੍ਰਚਾਰ ਕਰ ਰਹੇ ਸੀਗੇ। ਉੱਥੇ ਅੰਟਾਰੀਓ ਦੇ ਸਡਬਰੀ ਇਲਾਕੇ ਦੇ ਵਿੱਚ ਅੱਜ ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਸੀਗੀ, ਚੋਣ ਰੈਲੀ ਸੀ। ਹਾਲਾਂਕਿ ਉਸ ਤਰੀਕੇ ਨਾਲ ਚੋਣ ਰੈਲੀਆਂ ਤਾਂ ਨਹੀਂ ਹੋ ਸਕਦੀਆਂ, ਪਰ ਜਿਸ ਤਰੀਕੇ ਨਾਲ ਵੀ ਉਹ ਕੰਪੇਨ ਕਰ ਰਹੇ ਨੇ ਕੋਵਿਡ ਦੇ ਨਿਯਮਾਂ ਨੂੰ ਧਿਆਨ 'ਚ ਰੱਖ ਕੇ, ਉੱਥੇ ਵੀ ਅੱਜ ਉਹਨਾਂ ਦਾ ਜਿਹੜਾ ਸੀ ਉਹ ਵਿਰੋਧ ਪ੍ਰਦਰਸ਼ਨ ਹੋਇਆ। ਪਿਛਲੇ ਦਿਨਾਂ 'ਚ ਅਸੀਂ ਦੇਖਿਆ ਸੀ ਕਿ ਕੁਝ ਲੋਕਾਂ ਨੇ ਕਿਸ ਤਰੀਕੇ ਨਾਲ ਕੋਈ ਭੱਦੀਆਂ ਟਿੱਪਣੀਆਂ ਵੀ ਕੀਤੀਆਂ ਸੀ, ਕੋਈ ਮਾੜੀ ਭਾਸ਼ਾ ਵੀ ਉਹਨਾਂ ਲਈ ਵਰਤੀ ਸੀਗੀ, ਜਿਹਦਾ ਕੁਝ ਪਾਰਟੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ ਤੇ ਕਿਹਾ ਸੀ ਕਿ ਇੱਕ ਮਰਿਆਦਾ 'ਚ ਰਹਿ ਕੇ ਜਿਹੜੀ ਆ ਆਪਣੀ ਗੱਲ ਰੱਖਣੀ ਚਾਹੀਦੀ ਆ ਤੇ ਕਿਸੇ ਵੀ ਦਾ ਵੀ ਇਸ ਤਰੀਕੇ ਦਾ ਵਿਰੋਧ ਨਹੀਂ ਹੋਣਾ ਚਾਹੀਦਾ। ਅੱਜ ਇੱਕ ਵਾਰੀ ਫਿਰ ਜਸਟਿਨ ਟਰੂਡੋ ਹੋਣਾ ਦਾ ਵਿਰੋਧ ਹੋਇਆ ਤੇ ਜਸਟਿਨ ਟਰੂਡੋ ਹੋਣਾ ਨੇ ਇਸ ਗੱਲ ਤੇ ਜਵਾਬ ਦਿੱਤਾ, ਕਿਉਂਕਿ ਵੈਕਸੀਨ ਦੀ ਵਿਰੋਧਤਾ ਕਰਨ ਵਾਲੇ ਹਰ ਥਾਂ ਪਹੁੰਚ ਜਾਂਦੇ ਨੇ ਔਰ ਉੱਥੇ ਜਸਟਿਨ ਟਰੂਡੋ ਦਾ ਭਰਪੂਰ ਵਿਰੋਧ ਕਰਦੇ ਨੇ। ਔਰ ਉਹਦੇ ਉੱਤੇ ਅੱਜ ਜਸਟਿਨ ਟਰੂਡੋ ਨੇ ਇਹ ਕਿਹਾ ਕਿ ਜਿਹੜੇ ਲੋਕ ਵੈਕਸੀਨ ਦਾ ਵਿਰੋਧ ਕਰ ਰਹੇ ਨੇ ਉਹ ਅਸਲ ਦੇ ਵਿੱਚ ਬੱਚਿਆਂ ਦੀ ਅਤੇ ਹੋਰਾਂ ਦੀ ਜਿਹੜੀ ਆ ਉਹ ਜਾਨ ਖਤਰੇ 'ਚ ਪਾ ਰਹੇ ਆ। ਖਾਸ ਕਰਕੇ ਉਹਨਾਂ ਨੇ ਬੱਚਿਆਂ ਦਾ ਜ਼ਿਕਰ ਕੀਤਾ ਔਰ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਸਟੈਂਡ ਤੇ ਕਾਇਮ ਨੇ। ਉਹ ਵੈਕਸੀਨ ਦੀ ਗੱਲ ਕਰਦੇ ਰਹਿਣਗੇ ਔਰ ਉਹ ਇਸ ਤਰੀਕੇ ਦੇ ਕੰਮ ਕਰਦੇ ਰਹਿਣਗੇ ਜਿਸ ਤੋਂ ਕੋਵਿਡ ਦੇ ਜਿਹੜਾ ਖਤਰੇ ਤੋਂ ਬਾਹਰ ਲੋਕਾਂ ਨੂੰ ਕੱਢਿਆ ਜਾਵੇ, ਕਿਉਂਕਿ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਵੈਕਸੀਨ ਜਿਹੜੀ ਉਹ ਲੱਗੀ ਆ। ਕਈ ਥਾਵਾਂ ਤੇ ਕਈ ਸੂਬਿਆਂ 'ਚ 75% ਲੋਕਾਂ ਨੂੰ ਦੂਜੀ ਵੈਕਸੀਨ ਦੀ ਡੋਜ਼ ਵੀ ਲੱਗ ਚੁੱਕੀ ਆ। ਸੋ ਜਸਟਿਨ ਟਰੂਡੋ ਹੋਣਾ ਵੱਲੋਂ ਵੀ ਲਗਾਤਾਰ ਇਹ 'ਤੇ ਜ਼ੋਰ ਦਿੱਤਾ ਜਾਂਦਾ ਰਿਹਾ ਕਿ ਜਲਦ ਤੋਂ ਜਲਦ ਜਿਹੜੀ ਵੈਕਸੀਨ ਹੈ ਉਹ ਲੱਗੇ। ਸੋ ਇਸ ਕਰਕੇ ਵੈਕਸੀਨ ਦਾ ਵਿਰੋਧ ਕਰਨ ਵਾਲੇ ਬਹੁਤ ਸਾਰੇ ਲੋਕ ਨੇ, ਜਿਹਦੇ ਕਰਕੇ ਜਸਟਿਨ ਟਰੂਡੋ ਹੋਣਾ ਦਾ ਵੀ ਕਾਫੀ ਵਿਰੋਧ ਹੋ ਰਿਹਾ ਹੈ। ਜੀ, ਸੋ ਪ੍ਰਚਾਰ ਲਈ ਵੀ ਕਾਫੀ ਸਮਾਂ ਹੋ ਚੁੱਕਿਆ ਹੈ। ਉਮੀਦਵਾਰ ਲਗਾਤਾਰ ਪ੍ਰਚਾਰ ਕਰ ਰਹੇ ਨੇ, ਲੀਡਰਾਂ ਵੱਲੋਂ ਵੀ ਵਾਅਦੇ ਕੀਤੇ ਜਾ ਰਹੇ ਨੇ। ਸੋ ਮੌਜੂਦਾ ਸਮੇਂ ਕੀ ਕੁਝ ਦੇਖਣ ਨੂੰ ਮਿਲ ਰਿਹਾ ਹੈ? ਜਿਸ ਤਰ੍ਹਾਂ ਵਾਅਦੇ ਤਾਂ ਹੋ ਰਹੇ ਨੇ, ਪਰ ਸਪੋਰਟ ਕਿਸ ਤਰ੍ਹਾਂ ਦੀ ਮਿਲਦੀ ਦਿਖਾਈ ਦੇ ਰਹੀ ਹੈ? ਜਾਣੀ ਕਿ ਮੌਜੂਦਾ ਕੀ ਹਾਲਾਤ ਬਣੇ ਹੋਏ ਨੇ ਚੋਣਾਂ ਤੋਂ ਪਹਿਲਾਂ? ਜੀ ਬਿਲਕੁਲ ਇੰਦਰਪ੍ਰੀਤ, ਕਿਉਂਕਿ 16-17 ਦਿਨ ਦੀ ਕੰਪੇਨ ਜਿਹੜੀ ਆ ਪੂਰੀ ਹੋ ਚੁੱਕੀ ਆ ਤੇ ਲਗਭਗ 18-19 ਕੁ ਦਿਨ ਜਿਹੜੇ ਹੋਰ ਬਚੇ ਨੇ। ਅੱਜ 31 ਅਗਸਤ ਹੋ ਗਈ ਆ ਤੇ 20 ਸਤੰਬਰ ਨੂੰ ਚੋਣਾਂ ਨੇ ਤੇ 19 ਦਿਨ ਅਸੀਂ ਕਹਿ ਸਕਦੇ ਹਾਂ ਕਿ ਪਾਰਟੀਆਂ ਕੋਲ ਹੱਲੇ ਪਏ ਆ ਆਪੋ ਆਪਣੀ ਗੱਲ ਰੱਖਣ ਲਈ। ਸੋ ਅਸੀਂ ਹਰ ਰੋਜ਼ ਦੇਖਦੇ ਹਾਂ ਕਿ ਕੋਈ ਨਾ ਕੋਈ ਨਵਾਂ ਐਲਾਨ ਜਿਹੜਾ ਉਹ ਕੀਤਾ ਜਾਂਦਾ ਆ। ਐਲਾਨ ਅੱਜ ਜਗਮੀਤ ਸਿੰਘ ਹੋਣਾ ਨੇ ਵੀ ਕੀਤੇ, ਉਹਨਾਂ ਦੀ ਚਰਚਾ ਵੀ ਕਰਾਂਗੇ। ਪਰ ਪਹਿਲਾਂ ਗੱਲ ਕਰ ਲੈਂਦੇ ਹਾਂ ਜਸਟਿਨ ਟਰੂਡੋ ਹੋਣਾ ਦੀ। ਉਹਨਾਂ ਨੇ ਅੱਜ ਮੈਂਟਲ ਹੈਲਥ ਨੂੰ ਲੈ ਕੇ ਜਿਹੜਾ ਇੱਕ ਐਲਾਨ ਕੀਤਾ ਕਿ ਉਹਦੇ ਸੰਬੰਧੀ ਇੱਕ ਵੱਡੀ ਰਕਮ ਜਿਹੜੀ ਅਨਾਊਂਸ ਵੀ ਕੀਤੀ ਆ ਕਿ ਜੇਕਰ ਸਾਡੀ ਸਰਕਾਰ
ਦੁਬਾਰਾ ਬਣਦੀ ਆ ਤਾਂ ਉਹ ਸੂਬਿਆਂ ਨੂੰ ਇਹ ਰਕਮ ਦੇਣਗੇ, ਜਿਹਦੇ ਵਿੱਚ ਜੋ ਲੋਕ ਖੁਦਕੁਸ਼ੀਆਂ ਕਰਦੇ ਨੇ ਉਹਨੂੰ ਰੋਕਣ ਲਈ। ਔਰ ਇੱਥੇ ਇੱਕ ਵੱਡੀ ਸਮੱਸਿਆ ਜਿਹੜੀ ਇਹ ਮੈਂਟਲ ਹੈਲਥ ਜਿਹੜੀ ਆ ਮੰਨੀ ਜਾਂਦੀ ਹੈ, ਇੱਕ ਨੂੰ ਬਿਮਾਰੀਆਂ 'ਚ ਮੰਨਿਆ ਜਾਂਦਾ। ਸੋ ਇਹਦੇ ਕਰਕੇ ਕਈ ਵਾਰ ਅਸੀਂ ਇਹ ਵੀ ਦੇਖਿਆ ਕਿ ਕਈ ਨਵੇਂ ਸਟੂਡੈਂਟ ਇੱਥੇ ਆਉਂਦੇ ਆ, ਨਵੇਂ ਨੌਜਵਾਨ ਆਉਂਦੇ ਆ, ਉਹ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ ਅਤੇ ਆਪਣੀ ਜਾਨ ਗਵਾ ਬੈਠਦੇ ਆ। ਔਰ ਕਈਆਂ ਨੂੰ ਤਾਂ ਇੱਥੇ ਇਲਾਜ ਮਿਲ ਜਾਂਦਾ, ਜਾਂ ਬਹੁਤ ਸਾਰੀਆਂ ਸੰਸਥਾਵਾਂ ਵੀ ਕੰਮ ਕਰਦੀਆਂ ਨੇ ਜੋ ਉਹਨਾਂ ਨੂੰ ਇਸ ਮੁਸ਼ਕਲ ਦੌਰ 'ਚੋਂ ਬਾਹਰ ਕੱਢਣ ਲਈ ਕੰਮ ਕਰਦੀਆਂ ਨੇ। ਪਰ ਜਸਟਿਨ ਟਰੂਡੋ ਨੇ ਇਹ ਵਾਅਦਾ ਕੀਤਾ ਕਿ ਉਹਨਾਂ ਦੀ ਸਰਕਾਰ ਇਸ ਲਈ ਕੰਮ ਕਰੇਗੀ ਜੇਕਰ ਕੈਨੇਡਾ ਦੇ ਲੋਕ ਉਹਨਾਂ ਦੀ ਸਰਕਾਰ ਦੁਬਾਰਾ ਬਣਾਉਂਦੇ ਨੇ। ਸੋ ਉਹਦੇ ਨਾਲ ਜੇਕਰ ਅਸੀਂ ਅੱਜ ਗੱਲ ਕਰ ਲਈਏ ਜਗਮੀਤ ਸਿੰਘ ਹੋਣਾ ਦੀ, ਤਾਂ ਜਗਮੀਤ ਸਿੰਘ ਹੋਣਾ ਨੇ ਇੱਕ ਵਾਰੀ ਫੇਰ ਹਾਊਸ ਅਫੋਰਡੇਬਿਲਟੀ ਨੂੰ ਲੈ ਕੇ ਐਲਾਨ ਕੀਤਾ ਆ ਕਿ ਜਿਹੜੇ ਬਿਗ ਮਨੀ ਮੇਕਰ ਉਹਨਾਂ ਨੇ ਕਿਹਾ ਆ, ਜਿਹੜੇ ਲੋਕ ਹਾਊਸ ਫਲਿੱਪਿੰਗ ਕਰਦੇ ਆ, ਘਰ ਲੈ ਕੇ ਰੈਨੋਵੇਟ ਕਰਕੇ ਜਲਦੀ ਉਹਨੂੰ ਅੱਗੇ ਵੱਡੀ ਕੀਮਤ ਦੇ ਵਿੱਚ ਵੇਚ ਦਿੰਦੇ ਆ। ਸੋ ਉਹਨਾਂ ਉੱਤੇ ਉਹਨਾਂ ਨੇ ਵੱਧ ਟੈਕਸ ਲਾਉਣ ਦੀ ਜਿਹੜੀ ਗੱਲ ਕੀਤੀ ਆ, ਤੇ ਜਿਹੜੇ ਲੂਪ ਹੋਲਸ ਉਹ ਬੰਦ ਕਰਨ ਦੀ ਗੱਲ ਕੀਤੀ ਆ। ਸੋ ਇਸ ਤਰੀਕੇ ਨਾਲ ਜਿਹੜੇ ਲਗਾਤਾਰ ਵਾਅਦੇ ਕੀਤੇ ਜਾ ਰਹੇ ਨੇ। ਜੀ ਬਿਲਕੁਲ। ਸੋ ਜਿਸ ਤਰ੍ਹਾਂ ਕੋਵਿਡ-19 ਦੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਈਆਂ ਨੇ, ਉਸ ਦੇ ਵਿੱਚ ਬਦਲਾਵ ਆਇਆ ਹੈ। ਯਾਤਰਾ ਸੰਬੰਧੀ ਵੀ ਜਿਹੜੀ ਯਾਤਰਾ ਇੱਕ ਕਿਸਮ ਦੇ ਨਾਲ ਰੁਕ ਕੇ ਰਹਿ ਗਈ ਸੀ। ਖੈਰ ਹੁਣ ਤਾਂ ਕਾਫੀ ਹੱਦ ਤੱਕ ਉਡਾਨਾਂ ਚੱਲ ਰਹੀਆਂ ਨੇ, ਪਰ ਆਮ ਵਾਂਗ ਉਡਾਨਾਂ ਕਦੋਂ ਚੱਲਣਗੀਆਂ ਇਸ ਦੇ ਬਾਰੇ ਹਰ ਕੋਈ ਜਾਣਨ ਦੇ ਲਈ ਕਾਫੀ ਜ਼ਿਆਦਾ ਇਸ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਨੇ। ਸੋ ਖਬਰ ਜਿਹੜੀ ਹੈ ਅਮਰੀਕਾ ਤੋਂ ਆਈ ਹੈ, ਜਿੱਥੇ ਉਹਨਾਂ ਵੱਲੋਂ ਕੈਨੇਡਾ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਬਾਰਡਰ ਜਿਹੜੇ ਸੀ ਉਹ ਕੈਨੇਡਾ ਵੱਲੋਂ 9 ਅਗਸਤ ਤੋਂ ਖੋਲ ਦਿੱਤੇ ਗਏ ਨੇ। ਪਰ ਹੁਣ ਅਮਰੀਕਾ ਦਾ ਇਹ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਚੌਥੀ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਡੈਲਟਾ ਵੇਰੀਐਂਟ ਦੇ ਕਾਰਨ ਜਿਹੜੇ ਅਮਰੀਕਾ ਦੇ ਯਾਤਰੀ ਨੇ, ਖਾਸ ਤੌਰ ਦੇ ਉੱਪਰ ਨਾਨ ਵੈਕਸੀਨੇਟਡ, ਉਹ ਕੈਨੇਡਾ ਯਾਤਰਾ ਨਾ ਕਰਨ, ਤੇ CDC ਵੱਲੋਂ ਜਿਹੜਾ ਕੈਨੇਡਾ ਦਾ ਲੈਵਲ ਹੈ ਉਸ ਦੇ ਵਿੱਚ ਵੀ ਬਦਲਾਵ ਕਰਕੇ ਲੈਵਲ 3 ਕਰ ਦਿੱਤਾ ਗਿਆ ਹੈ। ਸੋ ਇਸ ਬਾਰੇ ਕੀ ਕਹਿਣਾ ਚਾਹੋਗੇ? ਜੀ ਬਿਲਕੁਲ। ਔਰ ਖਾਸ ਕਰਕੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਕਤ ਸਭ ਤੋਂ ਵੱਧ ਕੇਸ ਜਿਹੜੇ ਉਹ ਕੈਨੇਡਾ 'ਚ ਆ ਰਹੇ ਆ, ਜਿਹਦੀ ਔਸਤ ਕਈ ਵਾਰ 1 ਲੱਖ ਤੋਂ ਵੀ ਵੱਧ ਟੱਪ ਜਾਂਦੀ ਇੱਕ ਦਿਨ ਦੇ ਵਿੱਚ, ਜਿੰਨੇ ਕੇਸ ਇਸ ਵਕਤ ਅਮਰੀਕਾ 'ਚ ਆ ਰਹੇ ਆ। ਜਦਕਿ ਕੈਨੇਡਾ ਦੇ ਵਿੱਚ ਕੁੱਲ ਮਿਲਾ ਕੇ ਵੀ ਇਸ ਵਕਤ ਇੰਨੇ ਕੇਸ ਨਹੀਂ ਆ, ਪਰ ਇਹਦੇ ਬਾਵਜੂਦ ਲਗਾਤਾਰ ਅਮਰੀਕਾ ਵੱਲੋਂ ਇਹ ਕਿਹਾ ਜਾ ਰਿਹਾ ਕਿ ਨਾ ਤਾਂ ਕੈਨੇਡੀਅਨਸ ਲੋਕਾਂ ਲਈ ਅਮਰੀਕਾ ਨੇ ਹਾਲੇ ਤੱਕ ਆਪਣੇ ਬਾਰਡਰ ਖੋਲ੍ਹੇ ਆ, ਜੋ ਕਿ ਅਗਸਤ ਦੇ ਪਹਿਲੇ ਹਫ਼ਤੇ ਕੈਨੇਡਾ ਨੇ ਆਪਣੇ ਬਾਰਡਰ ਜਿਹੜੇ ਸੀ ਉਹ ਅਮਰੀਕਨ ਲੋਕਾਂ ਲਈ ਖੋਲ੍ਹ ਦਿੱਤੇ ਸੀ। ਤੇ ਹੁਣ ਅਸੀਂ ਇੱਥੇ ਸੜਕਾਂ ਤੇ ਦੇਖ ਸਕਦੇ ਹਾਂ ਕਿ ਸਾਨੂੰ ਅਮਰੀਕਾ ਦੀਆਂ ਗੱਡੀਆਂ ਇੱਥੇ ਕੈਨੇਡਾ ਦੇ ਸ਼ਹਿਰਾਂ ਦੀਆਂ ਸੜਕਾਂ ਤੇ ਦੇਖਣ ਨੂੰ ਮਿਲ ਰਹੀਆਂ ਨੇ। ਪਰ ਹਾਲੇ ਤੱਕ ਜਿਹੜਾ ਵਾ ਨਾਨ ਐਸੈਂਸ਼ੀਅਲ ਟਰੈਵਲ ਦੇ ਵਿੱਚ ਉਹਨਾਂ ਨੇ ਕੈਨੇਡੀਅਨਸ ਲੋਕਾਂ ਲਈ ਜਿਹੜੀ ਉਹ ਬਾਰਡਰ ਨਹੀਂ ਖੋਲ੍ਹੇ ਆ, ਤੇ ਉਹ ਬਾਰਡਰ ਜਿਹੜੇ ਖੋਲ੍ਹਣ ਦੀ ਮੰਗ ਕੈਨੇਡਾ ਦੇ ਲੋਕਾਂ ਵੱਲੋਂ ਵੀ ਕੀਤੀ ਜਾ ਰਹੀ ਹੈ, ਕਿਉਂਕਿ ਉੱਧਰਲੇ ਲੋਕ ਤਾਂ ਇੱਧਰ ਆ ਕੇ ਘੁੰਮ ਫਿਰ ਵੀ ਰਹੇ ਆ ਜਾਂ ਰਿਸ਼ਤੇਦਾਰਾਂ ਨੂੰ ਵੀ ਜਾ ਕੇ ਮਿਲ ਰਹੇ ਆ। ਪਰ ਇੱਧਰ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੇ ਪਰਿਵਾਰ ਦੂਜੇ ਪਾਸੇ ਵਸਦੇ ਆ, ਜਾਂ ਕਈਆਂ ਦੇ ਕਾਰੋਬਾਰ ਦੋਨਾਂ ਮੁਲਕਾਂ ਦੇ ਵਿੱਚ ਆ। ਸੋ ਉਹਨਾਂ ਨੂੰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਉਹ ਇੱਕ ਮੰਗ ਲਗਾਤਾਰ ਅਮਰੀਕਾ ਨੂੰ ਕੀਤੀ ਜਾ ਰਹੀ ਹੈ। ਸਵਾਲ ਵੀ ਕੀਤੇ ਜਾ ਰਿਹਾ ਕਿ ਕੈਨੇਡਾ 'ਚ ਅਮਰੀਕਾ ਦੇ ਮੁਕਾਬਲੇ ਕਿਤੇ ਘੱਟ ਕਰੋਨਾ ਵਾਇਰਸ ਦੇ ਮਾਮਲੇ ਨੇ, ਔਰ ਅਮਰੀਕਾ ਨਾਲੋਂ ਵੱਧ ਜੇਕਰ ਅਸੀਂ ਦੇਖੀਏ ਤਾਂ ਫੀਸਦੀ ਦੇ ਹਿਸਾਬ ਨਾਲ ਤਾਂ ਇੱਥੇ ਵੱਧ ਵੈਕਸੀਨੇਸ਼ਨ ਹੋ ਚੁੱਕੀ ਆ। ਪਰ ਇਹਦੇ ਬਾਵਜੂਦ ਵੀ ਜਿਹੜੇ ਆ ਇਹ ਇਸ ਵਕਤ ਬਾਰਡਰ ਨਹੀਂ ਖੋਲ੍ਹੇ ਜਾ ਰਹੇ ਆ। ਔਰ ਜਿਹੜੀ ਅੱਜ ਤੁਸੀਂ ਗੱਲ ਕੀਤੀ ਆ ਕਿ ਲੈਵਲ 3 ਦੇ ਵਿੱਚ ਕੈਨੇਡਾ ਨੂੰ ਕੀਤਾ ਗਿਆ ਡੈਲਟਾ ਵੇਰੀਐਂਟ ਦੇ ਕਰਕੇ, ਔਰ ਹੈਰਾਨੀ ਦੀ ਗੱਲ ਇਹੀ ਆ ਕਿ ਡੈਲਟਾ ਵੇਰੀਐਂਟ ਦੇ ਸਭ ਤੋਂ ਵੱਧ ਕੇਸ ਇਸ ਵਕਤ ਜੇਕਰ ਅਸੀਂ ਇਸ ਖਿੱਤੇ ਦੇਖੀਏ ਤਾਂ ਅਮਰੀਕਾ ਜਾ ਰਹੇ ਨੇ। ਜੀ, ਪਰ ਇਸੇ ਦੇ ਨਾਲ ਜੋ ਕੈਨੇਡਾ ਵੱਲੋਂ ਤਾਂ ਰਾਹਤ ਦੇ ਦਿੱਤੀ ਗਈ ਹੈ, ਅਮਰੀਕਨਸ ਨੂੰ ਬਾਰਡਰ ਰਾਹੀਂ ਇਜਾਜ਼ਤ ਦਿੱਤੀ ਗਈ ਹੈ ਕਿ ਆ ਸਕਦੇ ਨੇ ਕੈਨੇਡਾ ਦੇ ਵਿੱਚ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਵੀ, ਪਰ ਅਮਰੀਕਾ ਵੱਲੋਂ ਅਜੇ ਵੀ ਕੈਨੇਡਾ ਦੇ ਲਈ ਬਾਰਡਰ ਨਹੀਂ ਖੋਲੇ। ਇਸ ਨੂੰ ਲੈ ਕੇ ਖਾਸ ਤੌਰ ਦੇ ਉੱਪਰ ਜਿਹੜੇ ਸਪਾਊਸ ਨੇ ਉਹਨਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਉਹ ਕਹਿੰਦੇ ਕਿ ਜੇਕਰ ਅਸੀਂ ਅਮਰੀਕਾ ਜਾਣਾ ਹੈ ਤਾਂ ਅਸੀਂ ਹਵਾਈ ਜਹਾਜ਼ ਦੇ ਰਾਹੀਂ ਯਾਤਰਾ ਕਰਕੇ ਤਾਂ ਜਾ ਸਕਦੇ ਹਾਂ, ਪਰ ਜੇਕਰ ਅਸੀਂ ਬਾਰਡਰ ਦੇ ਰਾਹੀਂ ਜਾਣਾ ਤੇ ਫਿਰ ਸਾਨੂੰ ਜਾਣ ਦੀ ਅਜੇ ਤੱਕ ਇਜਾਜ਼ਤ ਨਹੀਂ ਦਿੱਤੀ ਗਈ। ਜੀ ਸਵਾਲ ਚੁੱਕੇ ਜਾ ਰਹੇ ਨੇ। ਜੀ ਬਿਲਕੁਲ, ਸਵਾਲ ਚੁੱਕੇ ਜਾ ਰਹੇ ਨੇ। ਔਰ ਇਹ ਸਪਾਊਸ ਵਾਲਾ ਜਿਹੜਾ ਕੇਸ ਹੈ ਸਿਰਫ ਅਮਰੀਕਾ ਦੇ ਮਸਲੇ ਵਿੱਚ ਨਹੀਂ, ਜੇਕਰ ਅਸੀਂ ਦੇਖੀਏ ਤਾਂ ਹੋਰ ਵੀ ਜਿਹੜੇ ਮੁਲਕਾਂ ਦੇ ਵਿੱਚ ਜਿਹੜੇ ਸਪਾਊਸ ਕੈਨੇਡਾ 'ਚ ਬੈਠੇ ਨੇ ਜਾਂ ਕੈਨੇਡਾ ਤੋਂ ਵਿੱਚ ਉਹਨਾਂ ਦਾ ਇੱਕ ਪਾਰਟਨਰ ਬੈਠਾ ਤੇ ਹੋਰਨਾਂ ਮੁਲਕਾਂ ਵਿੱਚ ਨੇ, ਉਹਨਾਂ ਨੂੰ ਵੀ ਇਸ ਵਕਤ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਅਮਰੀਕਾ ਨੇ ਖਾਸ ਕਰਕੇ ਜੇਕਰ ਅਸੀਂ ਜਿਹੜੀ ਤੁਸੀਂ ਚਰਚਾ ਕੀਤੀ ਹੈ ਕਿ ਫਲਾਈਟ ਦੇ ਰਾਹੀਂ ਤੁਸੀਂ ਜਾ ਸਕਦੇ ਹੋ, ਪਰ ਬਾਰਡਰ ਜਿਹੜੇ ਬੰਦ ਕੀਤੇ ਹੋਏ ਆ, ਬਿਲਕੁਲ ਇਸ ਨੀਤੀ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ। ਹਾਲਾਂਕਿ ਇਸ ਵਕਤ ਜਿਸ ਤਰੀਕੇ ਨਾਲ ਕੈਨੇਡਾ ਨੇ ਇਹ ਕੀਤਾ ਹੋਇਆ ਕਿ ਜਿਨ੍ਹਾਂ ਲੋਕਾਂ ਦੇ ਵੈਕਸੀਨੇਸ਼ਨ ਲੱਗੀ ਹੋਈ ਆ ਉਹੀ ਲੋਕ ਜਿਹੜੇ ਆ ਅਮਰੀਕਾ 'ਚ ਦਾਖਲ ਹੋ ਸਕਦੇ ਆ। ਸੋ ਇਸੇ ਤਰੀਕੇ ਨਾਲ ਮੰਗ ਇਹ ਕੀਤੀ ਜਾ ਰਹੀ ਹੈ ਕਿ ਘੱਟੋ ਘੱਟ ਅਮਰੀਕਾ ਨੂੰ ਵੀ ਇਸ ਤਰੀਕੇ ਨਾਲ ਜਿਹੜੇ ਆਪਣੇ ਬਾਰਡਰ ਖੋਲ੍ਹ ਦੇਣੇ ਚਾਹੀਦੇ ਆ, ਤਾਂ ਕਿ ਕੁਝ ਲੋਕ ਇਸ ਤਰੀਕੇ ਦੇ ਨੇ ਜੋ ਬਿਲਕੁਲ
ਕੁਝ ਕੁ ਦੂਰੀ ਉੱਤੇ ਇੱਕ ਦੂਜੇ ਪਾਸੇ ਬਾਰਡਰ ਦੇ ਦੋਨੇ ਪਾਸੇ ਰਹਿੰਦੇ ਨੇ। ਸੋ ਇਸ ਕਰਕੇ ਉਹਨਾਂ ਨੂੰ ਫਲਾਈਟ ਵਿੱਚ ਜਾਣ ਨਾਲੋਂ ਇਹ ਕਿਤੇ ਜ਼ਿਆਦਾ ਹੁੰਦਾ ਜਲਦੀ ਕਿ ਅਸੀਂ ਕਾਰ ਰਾਹੀਂ ਡਰਾਈਵ ਕਰਕੇ ਜਲਦੀ ਦੂਜੇ ਪਾਸੇ ਜਾ ਸਕਦੇ ਹਾਂ। ਸੋ ਉਹ ਲੋਕ ਵੀ ਕਹਿ ਰਹੇ ਆ ਕਿ ਸਾਨੂੰ ਘੁੰਮ ਕੇ ਫਲਾਈਟ ਲੈ ਕੇ ਉੱਧਰ ਜਾਣਾ ਪੈਂਦਾ, ਜੋ ਉਹਦੇ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਜੇ ਕਈ ਵਾਰ ਇਹ ਵੀ ਹੋ ਜਾਂਦਾ ਕਿ ਉੱਥੇ 에ਅਰਪੋਰਟ ਉੱਤੇ, ਕਿਉਂਕਿ ਕੋਵਿਡ ਦਾ ਖਤਰਾ ਵੀ ਕਈ ਵਾਰ ਜ਼ਿਆਦਾ ਹੁੰਦਾ, ਸੋ ਤੁਸੀਂ ਜੇਕਰ ਆਪਣੀ ਕਾਰ 'ਚ ਜਾਂਦੇ ਹੋ ਤਾਂ ਤੁਹਾਨੂੰ ਕਿਤੇ ਜ਼ਿਆਦਾ ਸੇਫ ਜਿਹੜਾ ਉਹ ਮਹਿਸੂਸ ਹੁੰਦਾ। ਸੋ ਇਸ ਕਰਕੇ ਇਸ ਮਾਮਲੇ ਉੱਤੇ ਵੀ ਲਗਾਤਾਰ ਚਰਚਾ ਚੱਲ ਰਹੀ ਹੈ। ਸੋ ਹੁਣ ਦੇਖਣਾ ਇਹ ਆ ਕਿ ਅਮਰੀਕਾ ਵਾਲੇ ਇਸ ਗੱਲ ਤੇ ਕਦੋਂ ਗੌਰ ਕਰਦੇ ਆ, ਅਮਰੀਕਾ ਸਰਕਾਰ ਕਦੋਂ ਗੌਰ ਕਰਦੀ ਆ। ਇਹੀ ਮੰਗ ਕੀਤੀ ਜਾ ਰਹੀ ਕਿ ਜਲਦ ਤੋਂ ਜਲਦ ਬਾਰਡਰ ਜਿਹੜੇ ਉਹ ਖੋਲੇ ਜਾਣ। ਜੀ ਸੋ ਮਨਦੀਪ ਜੀ, ਵਾਪਸ ਗੱਲ ਕਰਦੇ ਹਾਂ ਅਸੀਂ ਸਿਆਸਤ ਦੀ, ਕੈਨੇਡਾ ਦੀ ਸਿਆਸਤ ਦੀ ਗੱਲ ਕਰਾਂਗੇ। ਚੋਣਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਪੋਲ ਸਾਹਮਣੇ ਆ ਰਹੇ ਨੇ। ਇਹਨਾਂ ਪੋਲ ਦੇ ਵਿੱਚ ਪਹਿਲਾਂ ਲਿਬਰਲ ਪਾਰਟੀ ਨੂੰ ਅੱਗੇ ਦਿਖਾਇਆ ਜਾ ਰਿਹਾ ਸੀ, ਪਰ ਹੁਣ ਇਸ ਤਰ੍ਹਾਂ ਦੇ ਕਈ ਪੋਲ ਸਾਹਮਣੇ ਆਏ ਜਿਸ ਦੀ ਅਸੀਂ ਚਰਚਾ ਵੀ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਰਹੇ ਹਾਂ ਕਿ ਲਿਬਰਲ ਪਾਰਟੀ ਪਹਿਲਾਂ ਦੇ ਮੁਕਾਬਲੇ ਹੇਠਾਂ ਜਾਂਦੀ ਦਿਖਾਈ ਦੇ ਰਹੀ ਹੈ ਤੇ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਸਥਿਤੀ ਹੈ ਉਸ ਦੇ ਵਿੱਚ ਸੁਧਾਰ ਪਹਿਲਾਂ ਦੇ ਮੁਕਾਬਲੇ ਦੇਖਿਆ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਇੱਕ ਲੈਜਰ ਦਾ ਪੋਲ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਅੱਗੇ ਦਿਖਾਇਆ ਜਾ ਰਿਹਾ ਹੈ। ਜੀ ਇਹਨਾਂ ਪੋਲਾਂ ਦੇ ਬਾਰੇ ਕੀ ਵਿਚਾਰ ਹਨ? ਬਿਲਕੁਲ, ਹਰ ਰੋਜ਼ ਜਿਹੜੇ ਪੋਲ ਆ ਉਹ ਚੇਂਜ ਹੋ ਰਹੇ ਨੇ, ਪਰ ਲਿਬਰਲਸ ਲਈ ਇਸ ਕਰਕੇ ਖਬਰ ਮਾੜੀ ਆ ਥੋੜੀ ਜਿਹੀ, ਕਿਉਂਕਿ ਉਹ ਲਗਾਤਾਰ ਇਹਨਾਂ 'ਚ ਖਿਸਕ ਨਜ਼ਰ ਆ ਰਹੇ ਆ। ਹਾਲਾਂਕਿ ਜਿਹੜੇ ਪੋਲ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ 2000 ਲੋਕਾਂ ਦਾ ਜਿਹੜਾ ਸੀ ਸੈਂਪਲ ਲਿਆ ਗਿਆ, ਉਹਨਾਂ ਦੇ ਵਿਚਾਰ ਲਏ ਗਏ। ਉਹਦੇ ਵਿੱਚ ਜੇਕਰ ਅਸੀਂ ਦੇਖਿਆ ਜਾਵੇ, ਇੱਕ ਹੋਰ ਬੜੀ ਦਿਲਚਸਪ ਗੱਲ ਨਿਕਲ ਕੇ ਸਾਹਮਣੇ ਆਈ ਆ ਕਿ ਲਿਬਰਲ ਪਾਰਟੀ ਵੱਲੋਂ ਵੋਟਰ ਟੁੱਟ ਕੇ ਜਾਂ ਤਾਂ ਉਹ NDP ਵੱਲ ਜਾ ਰਹੇ ਨੇ ਜਾਂ ਉਹ ਕੰਜ਼ਰਵੇਟਿਵ ਵੱਲ ਜਾ ਰਹੇ ਨੇ, ਤੇ ਦੋਨੇ ਪਾਰਟੀਆਂ ਲਗਾਤਾਰ ਰਾਈਜ਼ ਕਰ ਰਹੀਆਂ ਨੇ, ਜਦਕਿ ਲਿਬਰਲ ਪਾਰਟੀ ਇਸ ਵਕਤ ਥੋੜੀ ਥੱਲੇ ਵੱਲ ਨੂੰ ਜਾਂਦੀ ਨਜ਼ਰ ਆ ਰਹੀ ਆ। ਕੱਲ ਜੇਕਰ ਅਸੀਂ CBC ਪੋਲ ਟਰੈਕਰ ਦੀ ਗੱਲ ਕਰੀਏ ਤਾਂ ਲਿਬਰਲ ਪਾਰਟੀ ਨੂੰ 143 ਸੀਟਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਸੀ, ਤੇ ਅੱਜ ਉਹ 4 ਸੀਟਾਂ ਘਟ ਕੇ 139 ਉੱਤੇ ਆ ਗਏ ਨੇ। ਔਰ ਹੁਣ ਲਗਭਗ ਇੱਕੋ ਲਾਈਨ ਦੇ ਵਿੱਚ ਜਿਹੜੀ ਇਹ ਕੰਜ਼ਰਵੇਟਿਵ ਅਤੇ ਲਿਬਰਲ ਪਾਰਟੀ ਦਿਖਾਈ ਦੇ ਰਹੀ ਹੈ। ਪਰ ਜੇਕਰ ਅਸੀਂ ਵੋਟ ਫੀਸਦ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੰਜ਼ਰਵੇਟਿਵ ਜਿਹੜੀ ਉਹ ਉੱਪਰ ਦਿਖਾਈ ਦੇ ਰਹੀ ਆ। ਸੋ ਇਸ ਤਰੀਕੇ ਨਾਲ ਜੇਕਰ ਅਸੀਂ ਦੇਖੀਏ ਤਾਂ ਲਗਭਗ ਜਿਹੜੇ 17 ਦਿਨ ਲੰਘੇ ਆ ਇਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਵੀ ਉੱਪਰ ਵੱਲ ਨੂੰ ਗਈ ਆ, NDP ਪਾਰਟੀ ਵੀ ਉੱਪਰ ਵੱਲ ਨੂੰ ਗਈ ਆ, ਪਰ ਇਸ ਵਕਤ ਜਿਹੜੀ ਲਿਬਰਲ ਪਾਰਟੀ ਆ ਉਹ ਥੋੜੀ ਥੱਲੇ ਵੱਲ ਨੂੰ ਖਿਸਕਦੀ ਨਜ਼ਰ ਆ ਰਹੀ ਆ। ਹਾਲਾਂਕਿ ਅਸੀਂ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਕਹਿੰਦੇ ਆ, ਜਿਵੇਂ ਮੈਂ ਹੁਣੇ ਦੱਸ ਕੇ ਹਟਿਆ ਕਿ ਸੈਂਪਲ ਇਹਦੇ ਵਿੱਚ ਜਿਹੜਾ ਥੋੜਾ ਛੋਟਾ ਹੁੰਦਾ ਆ। 2000 ਲੋਕਾਂ ਦੇ ਜਿਹੜੇ ਆ ਰਿਵਿਊ ਲੈ ਕੇ, ਵਿਚਾਰ ਲੈ ਕੇ ਸਰਵੇ ਤਿਆਰ ਕੀਤਾ ਗਿਆ। ਸੋ ਅਸਲ ਨਤੀਜਾ ਤੁਹਾਨੂੰ ਜਿਹੜਾ 20 ਸਤੰਬਰ ਨੂੰ ਹੀ ਦੇਖਣ ਨੂੰ ਮਿਲੇਗਾ। ਜੀ ਬਿਲਕੁਲ। ਸੋ ਇੱਕ ਹੋਰ ਅਹਿਮ ਖਾਸ ਜਿਹੜੀ ਖਬਰ ਹੈ ਸਿਆਸਤ ਦੇ ਨਾਲ ਜੁੜੀ ਹੋਈ ਹੈ। ਲਿਬਰਲ ਪਾਰਟੀ ਦੇ ਉਮੀਦਵਾਰ ਰਾਜ ਸੈਣੀ ਦੇ ਉੱਪਰ ਕੁਝ ਐਲੀਗੇਸ਼ਨਸ ਲੱਗ ਰਹੇ ਨੇ। ਇਸ ਤੋਂ ਪਹਿਲਾਂ ਅਸੀਂ ਗੱਲ ਕੀਤੀ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਜੋ ਨੋਵਾ ਸਕੋਸ਼ੀਆ ਤੋਂ ਉਮੀਦਵਾਰ ਸਨ ਉਹਨਾਂ ਦੇ ਉੱਪਰ ਜਦੋਂ ਇਲਜ਼ਾਮ ਲੱਗੇ ਤਾਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟਣਾ ਪਿਆ। ਅਜਿਹਾ ਕੰਜ਼ਰਵੇਟਿਵ ਪਾਰਟੀ ਨੇ ਉਹਨਾਂ ਨੂੰ ਕਰਨ ਦੇ ਵਾਸਤੇ ਕਿਹਾ ਤੇ ਹੁਣ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਲਿਬਰਲ ਪਾਰਟੀ ਦੇ ਉਮੀਦਵਾਰ ਰਾਜ ਸੈਣੀ ਦੇ ਉੱਪਰ ਕੁਝ ਇਲਜ਼ਾਮ ਲੱਗ ਰਹੇ ਨੇ। ਜੀ ਜੀ ਬਿਲਕੁਲ, ਔਰ ਇਹ ਸਿਰਫ ਇੱਕ ਉਮੀਦਵਾਰ ਨਹੀਂ। ਹਾਲਾਂਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੰਜ਼ਰਵੇਟਿਵ ਪਾਰਟੀ ਉੱਤੇ ਜਿਹੜੇ ਸੀ ਉਹ ਛੇੜਖਾਨੀ ਦੇ ਦੋਸ਼ ਲੱਗੇ ਸੀ, ਔਰ ਕੁਝ ਕੁ ਦੋਸ਼ ਜਿਹੜੇ ਹੁਣ ਲੱਗੇ ਆ, ਜਿਹੜੇ ਰਾਜ ਸੈਣੀ ਨੇ ontario ਦੇ ਕਿਚਨਰ ਤੋਂ ਜਿਹੜੇ ਇਸ ਵਕਤ ਉਮੀਦਵਾਰ ਨੇ, ਔਰ ਜੋ CBC ਦੀ ਰਿਪੋਰਟ ਮੁਤਾਬਕ ਇਹ ਦੋਸ਼ ਜਿਹੜੇ ਆ ਉਹਨਾਂ ਦੀ ਇੱਕ ਸਟਾਫਰ ਜਿਹੜੇ ਨੇ ਉਹਨਾਂ ਨਾਲ 6 ਸਾਲ ਕੰਮ ਕੀਤਾ, ਉਹਦੇ ਵੱਲੋਂ ਲਾਏ ਗਏ ਨੇ ਕਿ ਉਹਨਾਂ ਦਾ ਵਿਹਾਰ ਜਿਹੜਾ ਵਰਤਾਓ ਸੀ ਉਹਨਾਂ ਨਾਲ ਠੀਕ ਨਹੀਂ ਸੀ। ਇਸ ਸੰਬੰਧੀ ਉਹਨਾਂ ਨੇ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਵੀ ਸ਼ਿਕਾਇਤਾਂ ਪਾਈਆਂ ਹੋਈਆਂ ਨੇ ਰਾਜ ਸੈਣੀ ਦੇ ਖਿਲਾਫ, ਔਰ ਹੁਣ ਵੀ ਉਹ ਇੱਕ ਵਾਰ ਆਵਾਜ਼ ਚੱਕ ਰਹੇ ਨੇ। ਪਰ ਜੋ CBC ਵੱਲੋਂ ਦਾਅਵਾ ਕੀਤਾ ਜਾ ਰਿਹਾ, ਜੋ ਉਹਨਾਂ ਦੇ ਸੋਰਸਸ ਕਹਿ ਰਹੇ ਨੇ ਕਿ ਉਸ ਉਮੀਦਵਾਰ ਨੂੰ ਰਾਜ ਸੈਣੀ ਨੂੰ ਲਿਬਰਲ ਪਾਰਟੀ ਨੇ ਹਰੀ ਝੰਡੀ ਦੇ ਦਿੱਤੀ ਆ ਕਿ ਉਹ ਚੋਣ ਲੜ ਸਕਦੇ ਨੇ। ਉਹ ਜਿਹੜੀ ਆ ਲਿਬਰਲ ਪਾਰਟੀ ਦੇ ਵੱਲੋਂ ਹੀ ਜਿਹੜਾ ਉਹ ਚੋਣ ਲੜ ਸਕਦੇ ਨੇ। ਔਰ ਜੇਕਰ ਅਸੀਂ ਦੇਖੀਏ ਤਾਂ ਇਸ ਤੋਂ ਇੱਕ ਦਿਨ ਪਹਿਲਾਂ ਹੀ ਵੈਨਕੂਵਰ ਦੇ ਇੱਕ ਕੈਂਡੀਡੇਟ ਉੱਤੇ NDP ਨੇ ਦੋਸ਼ ਲਾਏ ਸੀ, ਤਾਲੀਬ ਨੂਰ ਮੁਹੰਮਦ ਜਿਹੜੇ ਆ ਉਹਨਾਂ ਉੱਤੇ ਦੋਸ਼ ਲਾਏ ਸੀ ਕਿ ਹਾਊਸ ਫਲਿਪਿੰਗ ਕਰਕੇ ਉਹਨਾਂ ਨੇ ਕਈ ਮਿਲੀਅਨ ਡਾਲਰ ਜਿਹੜੇ ਉਹ ਵੈਨਕੂਵਰ ਦੇ ਵਿੱਚ ਬਣਾਏ ਨੇ। ਸੋ ਇਸ ਕਰਕੇ ਜਿਹੜਾ ਵਾ ਲਗਾਤਾਰ ਉਮੀਦਵਾਰਾਂ ਤੇ ਦੋਸ਼ ਲੱਗ ਰਹੇ ਨੇ। ਸੋ ਕਿਤੇ ਨਾ ਕਿਤੇ ਇਹ ਥੋੜਾ ਨੁਕਸਾਨਦੇਹ ਵੀ ਹੋ ਸਕਦਾ ਆ, ਕਿਉਂਕਿ ਜੇਕਰ ਅਸੀਂ ਕੈਨੇਡਾ ਦੀ ਪੋਲਿਟਿਕਸ ਦੀ ਗੱਲ ਕਰੀਏ ਤਾਂ ਇੱਥੇ ਐਥਿਕਸ ਦੀ ਗੱਲ ਜਿਹੜੀ ਬਹੁਤ ਕੀਤੀ ਜਾਂਦੀ ਆ। ਜਿਹੜੇ ਤੁਸੀਂ ਨੋਵਾ ਸਕੋਸ਼ੀਆ ਦੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਗੱਲ ਕੀਤੀ ਆ, ਉਸਨੇ ਪਾਰਟੀ ਨੇ ਵੀ ਉਸ ਤੋਂ ਜ਼ਰੂਰ ਕਿਹਾ ਹੋਵੇਗਾ, ਪਰ ਉਹਨਾਂ ਨੇ ਕਿਹਾ ਕਿ ਉਹ ਆਪਣੇ ਆਪ ਵੀ ਜਿਹੜੇ ਆ ਉਸਥੇ ਚੋਣ ਲੜਨ ਤੋਂ ਪਿੱਛੇ ਹਟ ਗਏ ਨੇ, ਔਰ ਉਹਨਾਂ ਨੇ ਕਿਹਾ ਕਿ ਉਹ ਬੇਕਸੂਰ ਨੇ, ਪਰ ਉਹ ਜਿਹੜਾ ਵਾ ਆਪਣੇ ਦੋਸ਼ਾਂ ਦਾ ਸਾਹਮਣਾ ਜਿਹੜਾ ਵਾ ਉਮੀਦਵਾਰੀ ਤੋਂ ਅਸਤੀਫਾ ਦੇ ਕੇ ਕਰਨਗੇ। ਔਰ ਇਸੇ ਤਰੀਕੇ ਦੀ ਉਮੀਦ ਜਿਹੜੀ ਆ ਕੁਝ ਰਾਜ ਸੈਣੀ ਤੋਂ ਵੀ ਕੀਤੀ ਜਾ ਰਹੀ ਸੀ,
ਪਰ ਪਾਰਟੀ ਨੇ ਉਹਨਾਂ ਨੂੰ ਜਿਹੜੀ ਆ ਹਰੀ ਝੰਡੀ ਦੇ ਦਿੱਤੀ ਗਈ ਆ। ਸੋ ਤਾਲੀਬ ਨੂਰ ਮੁਹੰਮਦ ਬਾਰੇ ਵੀ ਹਾਲੇ ਕੋਈ ਬਹੁਤੀ ਚਰਚਾ ਨਹੀਂ ਹੋਈ ਆ। ਲਿਬਰਲ ਪਾਰਟੀ ਦੇ ਵਿੱਚ ਕੋਈ ਬਹੁਤਾ ਤਗੜਾ ਬਿਆਨ ਨਹੀਂ ਆਇਆ, ਜਦਕਿ ਅੱਜ ਜਗਮੀਤ ਸਿੰਘ ਨੇ ਬਰਨਵੀ ਦੇ ਵਿੱਚ ਇੱਕ ਵਾਰੀ ਫਿਰ ਉਸ ਕੈਂਡੀਡੇਟ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਜਸਟਿਨ ਟਰੂਡੋ ਖੁਦ ਲੋਕਾਂ ਨੂੰ ਅਲਾਉ ਕਰਦੇ ਨੇ। ਹਾਲਾਂਕਿ ਪਿਛਲੇ ਦਿਨੀ ਖਬਰ ਇਹ ਵੀ ਸਾਹਮਣੇ ਆਈ ਸੀ ਕਿ ਜਸਟਿਨ ਟਰੂਡੋ ਜਿਹੜੇ ਹਾਊਸ ਮਾਰਕੀਟ ਦੇ ਸਾਰੇ ਰੂਲ ਹੀ ਚੇਂਜ ਕਰਨਾ ਚਾਹੁੰਦੇ ਨੇ, ਪਰ ਜਗਮੀਤ ਸਿੰਘ ਉਹਨਾਂ ਨੇ ਕਿਹਾ ਕਿ ਖੁਦ ਇਹਨਾਂ ਪਾਰਟੀਆਂ ਨੇ ਲੂਪ ਹੋਲ ਛੱਡੇ ਨੇ ਉਹਨਾਂ ਲੋਕਾਂ ਲਈ ਜੋ ਇਹਦੇ ਵਿੱਚੋਂ ਵੱਡੀ ਜਿਹੜੀ ਉਹ ਰਾਸ਼ੀ ਕਮਾਉਂਦੇ ਨੇ, ਪੈਸਾ ਕਮਾਉਂਦੇ ਨੇ, ਤੇ ਆਮ ਲੋਕਾਂ ਲਈ ਘਰ ਜਿਹੜੇ ਆ ਫਿਰ ਮਹਿੰਗੇ ਹੋ ਜਾਂਦੇ ਨੇ। ਸੋ ਕਹਿੰਦੇ ਕਿ ਉਹ ਇਸ ਲੂਪ ਹੋਲ ਨੂੰ ਬੰਦ ਕਰਨਗੇ। ਸੋ ਦੇਖਦੇ ਆ ਕਿ ਜਿਹੜੇ ਇਹ ਉਮੀਦਵਾਰਾਂ ਤੇ ਦੋਸ਼ ਲੱਗ ਰਹੇ ਆ ਇਹਨਾਂ ਦਾ ਪਾਰਟੀ ਨੂੰ ਕਿੰਨਾ ਨੁਕਸਾਨ ਹੁੰਦਾ ਜਾਂ ਫਿਰ ਫਾਇਦਾ ਹੁੰਦਾ। ਜੀ ਬਿਲਕੁਲ, ਗੱਲ ਬ੍ਰਿਟਿਸ਼ ਕੋਲੰਬੀਆ ਦੀ ਕਰਦੇ ਹਾਂ। ਬ੍ਰਿਟਿਸ਼ ਕੋਲੰਬੀਆ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਓਵਰਡੋਜ਼ ਦੇ ਕਾਰਨ ਕਈ ਮੌਤਾਂ ਹੋ ਚੁੱਕੀਆਂ ਨੇ। ਲਗਾਤਾਰ ਇਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ। ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ 6 ਮਹੀਨਿਆਂ ਦੇ ਦੌਰਾਨ 1000 ਤੋਂ ਵੱਧ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਓਵਰਡੋਜ਼ ਦੇ ਕਾਰਨ ਜਾਨ ਚਲੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਨੇ ਤਾਂ ਕਿ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਕਾਬੂ ਦੇ ਵਿੱਚ ਕੀਤਾ ਜਾਵੇ। ਪਰ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦੀ ਇਸ ਓਵਰਡੋਜ਼ ਦੇ ਕਾਰਨ ਮੌਤ ਹੋ ਚੁੱਕੀ ਹੈ। ਜੀ ਬਿਲਕੁਲ ਇੰਦਰਪ੍ਰੀਤ, ਜਦੋਂ ਤੋਂ ਕੋਵਿਡ ਆਇਆ ਵਾ ਉਦੋਂ ਤੋਂ ਲੈ ਕੇ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ ਕਰਕੇ 1814 ਲੋਕਾਂ ਦੀ ਮੌਤ ਹੋ ਚੁੱਕੀ ਆ। ਪਰ ਜੇਕਰ ਅਸੀਂ ਓਵਰਡੋਜ਼ ਦੀ ਗੱਲ ਕਰੀਏ ਤਾਂ ਓਵਰਡੋਜ਼ ਨਾਲ ਹੁਣ ਤੱਕ ਇਸ ਤੋਂ ਕਿਤੇ ਵੱਧ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ। ਔਰ ਜਿਹੜਾ ਖਾਸ ਹੁਣ ਡਾਟਾ ਸਾਹਮਣੇ ਆਇਆ ਇਹਦੇ ਵਿੱਚ ਇਹ ਆਇਆ ਕਿ ਸਾਲ 2021 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਜਨਵਰੀ ਤੋਂ ਲੈ ਕੇ ਜੂਨ ਤੱਕ ਤਾਂ 1011 ਲੋਕਾਂ ਦੀ ਮੌਤ ਜਿਹੜੀ ਹੁਣ ਤੱਕ ਹੋ ਚੁੱਕੀ ਆ। ਔਰ ਅਸੀਂ ਪਹਿਲਾਂ ਵੀ ਦਰਸ਼ਕਾਂ ਨੂੰ ਜਦੋਂ ਮੰਥਲੀ ਡਾਟਾ ਰਿਲੀਜ਼ ਹੁੰਦਾ ਅਸੀਂ ਨਾਲ ਦੀ ਨਾਲ ਦਰਸ਼ਕਾਂ ਨੂੰ ਇਹ ਖਬਰਾਂ ਵਿੱਚ ਦਿਖਾਉਂਦੇ ਰਹੇ ਆ ਕਿ ਕਿਸੇ ਮਹੀਨੇ 176, ਕਿਸੇ ਮਹੀਨੇ 177, ਕਿਸੇ ਮਹੀਨੇ 170 ਜਾਂ ਕਿਸੇ ਮਹੀਨੇ 165 ਇਸ ਤਰੀਕੇ ਨਾਲ ਇਸ ਐਵਰੇਜ ਨਾਲ ਜਿਹੜੀ ਉਹ ਮੌਤਾਂ ਹੁੰਦੀਆਂ ਨੇ। ਔਰ ਹੁਣ ਤੁਸੀਂ ਇਹ ਖੁਦ ਹਿਸਾਬ ਲਾ ਸਕਦੇ ਹੋ ਕਿ ਰੋਜ਼ਾਨਾ ਜਿਹੜੀਆਂ ਉਹ ਕਿੰਨੀਆਂ ਮੌਤਾਂ ਹੁੰਦੀਆਂ ਨੇ। ਔਰ ਤਕਰੀਬਨ ਜੇਕਰ ਅਸੀਂ ਔਸਤ ਕੱਢੀਏ 5 ਤੋਂ 6 ਮੌਤਾਂ ਅਸੀਂ ਦੇਖ ਸਕਦੇ ਹਾਂ ਕਿ ਰੋਜ਼ਾਨਾ ਓਵਰਡੋਜ਼ ਨਾਲ ਸਿਰਫ ਤੇ ਸਿਰਫ ਬ੍ਰਿਟਿਸ਼ ਕੋਲੰਬੀਆ ਦੇ ਜਿਹੜੀਆਂ ਹੁੰਦੀਆਂ ਨੇ। ਸੋ ਇਹਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕੋਵਿਡ ਨਾਲੋਂ ਵੀ ਕਿੰਨੀ ਜ਼ਿਆਦਾ ਇਹ ਭਿਆਨਕ ਬਿਮਾਰੀ ਇਸ ਵਕਤ ਹੈਗੀ ਆ। ਸੋ ਇਹਦੇ ਵਿੱਚ ਜਿਹੜੀ ਲੋਕਾਂ ਦੀ ਏਜ ਵੀ ਹੁੰਦੀ ਆ ਉਹ ਵੀ ਬਹੁਤੀ ਜ਼ਿਆਦਾ ਨਹੀਂ ਹੁੰਦੀ, ਕਈ ਵਾਰ ਤਾਂ 19 ਦੇ ਨੇੜੇ ਤੇੜੇ ਦੇ ਲੋਕ ਹੁੰਦੇ ਆ ਜੋ ਓਵਰਡੋਜ਼ ਕਰਕੇ ਆਪਣੀ ਜਾਨ ਗਵਾ ਦਿੰਦੇ ਆ। ਸੋ ਇਹਦੇ ਵਿੱਚ ਇੱਕ ਵੱਡਾ ਕਾਰਨ ਇਹ ਮੰਨਿਆ ਜਾਂਦਾ ਕਿ ਜਿਹੜਾ ਸਟਰੀਟ ਡਰੱਗ ਆ ਜੋ ਵੇਚਿਆ ਜਾਂਦਾ ਆ ਜੋ ਕਿ ਜਿਹਦੀ ਬੇਹੱਦ ਜਿਹੜਾ ਉਹ ਖਤਰਨਾਕ ਹੁੰਦਾ ਆ ਸਿਹਤ ਦੇ ਲਈ, ਜਿਸ ਤੋਂ ਬਾਅਦ ਜਿਹੜਾ ਵਾ ਓਵਰਡੋਜ਼ ਜਿਹੜੀ ਆ ਕਿਉਂਕਿ ਇਸ ਤਰੀਕੇ ਦੇ ਕੈਮੀਕਲ ਦੁਆਰਾ ਉਹ ਤਿਆਰ ਕੀਤਾ ਜਾਂਦਾ ਆ ਜੋ ਅਕਸਰ ਜਿਹੜਾ ਓਵਰਡੋਜ਼ ਦੇ ਨਾਲ ਲੋਕਾਂ ਦੀ ਜਾਨ ਲੈ ਲੈਂਦਾ ਆ। ਸੋ ਇਹਦੇ ਸੰਬੰਧੀ ਚਰਚਾ ਲਗਾਤਾਰ ਚੱਲ ਰਹੀ ਹੈ। ਇਹਦੇ ਪਿੱਛੇ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਜਦੋਂ ਤੋਂ ਕੋਵਿਡ ਆਇਆ ਉਦੋਂ ਤੋਂ ਵੀ ਇਹਦੇ ਵਿੱਚ ਜਿਹੜੀਆਂ ਉਹ ਮੌਤਾਂ ਦਾ ਅੰਕੜਾ ਵਧਿਆ ਕਿਉਂਕਿ ਕੋਵਿਡ ਦੇ ਤੋਂ ਪਹਿਲਾਂ ਜਿਹੜੀਆਂ ਸੇਵਾਵਾਂ ਇਸ ਪਾਸੇ ਦਿੱਤੀਆਂ ਜਾਂਦੀਆਂ ਸੀ, ਜੋ ਕੰਮ ਇਸ ਪਾਸੇ ਕੀਤਾ ਜਾਂਦਾ ਸੀ ਉਹ ਵੀ ਘਟਿਆ ਵਾ, ਉਹ ਵੀ ਇੱਕ ਕਾਰਨ ਰਿਹਾ ਕਿ ਇਹਦੇ ਵਿੱਚ ਮੌਤਾਂ ਵਧੀਆਂ ਨੇ। ਸੋ ਹੁਣ ਕੈਨੇਡਾ 'ਚ ਵੱਖ-ਵੱਖ ਥਾਵਾਂ ਉੱਤੇ ਇਹ ਚਰਚਾ ਚੱਲ ਰਹੀ ਆ ਕਿ ਜੇਕਰ ਕੋਈ ਨਸ਼ੇੜੀ ਆ, ਕੋਈ ਡਰੱਗ ਕਰਦਾ ਆ ਤਾਂ ਉਹਨੂੰ ਨਸ਼ੇੜੀ ਨਾ ਮੰਨਿਆ ਜਾਵੇ, ਉਹਨੂੰ ਜਿਹੜਾ ਵਾ ਇੱਕ ਪੇਸ਼ੈਂਟ ਜਾਂ ਮਰੀਜ਼ ਮੰਨਿਆ ਜਾਵੇ ਅਤੇ ਇਸ ਸੰਬੰਧੀ ਜਿਹੜਾ ਨਸ਼ਾ ਆ ਉਹਨੂੰ ਲੀਗਲ ਕੀਤਾ ਜਾਵੇ ਤਾਂ ਕਿ ਉਹਨਾਂ ਦਾ ਇਲਾਜ ਕੀਤਾ ਜਾ ਸਕੇ। ਹਾਲਾਂਕਿ ਬਹੁਤ ਥਾਵਾਂ ਤੇ ਇੱਥੇ ਸਾਈਟਾਂ ਬਣੀਆਂ ਹੋਈਆਂ ਨੇ ਜਿੱਥੇ ਜਾ ਕੇ ਜਿਹੜੇ ਨਹੀਂ ਰਹਿ ਸਕਦੇ ਡਰੱਗ ਤੋਂ ਬਿਨਾਂ ਲੋਕ ਉੱਥੇ ਜਾ ਕੇ ਡਰੱਗ ਕਰਦੇ ਨੇ, ਉਹਨਾਂ ਨੂੰ ਸੇਫਟੀ ਨਾਲ ਉੱਥੇ ਸਰਿੰਜਾਂ ਵੀ ਮੁਹੱਈਆ ਕਰਾਈਆਂ ਜਾਂਦੀਆਂ ਨੇ। ਪਰ ਲਗਾਤਾਰ ਕੰਜ਼ਰਵੇਟਿਵ ਪਾਰਟੀ ਵੱਲੋਂ ਵੀ ਵਾਅਦਾ ਕੀਤਾ ਗਿਆ ਕਿ ਅਸੀਂ ਇਸ ਪਾਸੇ ਕਦਮ ਚੁੱਕਾਂਗੇ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜੀ ਸੋ ਮਨਦੀਪ ਜੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਮਾਮਲੇ ਉਹ ਵੀ ਲਗਾਤਾਰ ਵਧਦੇ ਜਾ ਰਹੇ ਨੇ, ਜਿਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਸਮੇਂ-ਸਮੇਂ ਦੇ ਉੱਪਰ ਕੀਤਾ ਜਾ ਰਿਹਾ। ਕੁਝ ਨਿਯਮਾਂ ਦੇ ਵਿੱਚ ਵੀ ਬਦਲਾਅ ਕੀਤਾ ਗਿਆ, ਜਿਵੇਂ ਮਾਸਕ ਇੱਕ ਵਾਰ ਫਿਰ ਤੋਂ ਲਾਜ਼ਮੀ ਕਰ ਦਿੱਤਾ ਗਿਆ ਇੰਡੋਰ ਸਪੇਸਿਸ ਦੇ ਵਾਸਤੇ। ਪਰ ਡਾਕਟਰ ਬੋਨੀ ਹੈਨਰੀ ਜਦੋਂ ਅੱਜ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਹਨਾਂ ਦਾ ਕਹਿਣਾ ਹੈ ਕਿ ਇਹ ਹੁਣ ਪੈਂਡੈਮਿਕ ਆਫ ਅਨਵੈਕਸੀਨੇਟਡ ਹੈ, ਜਿਸ ਦਾ ਮਤਲਬ ਹੈ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੀ ਜ਼ਿਆਦਾਤਰ ਮਾਮਲੇ ਉਹਨਾਂ ਦੇ ਵਿੱਚ ਪਾਏ ਜਾ ਰਹੇ ਨੇ। ਚਿੰਤਾ ਦਾ ਲਗਾਤਾਰ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਪਰ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਲਦ ਜਿਹੜਾ ਰੀਓਪਨਿੰਗ ਦਾ ਚੌਥਾ ਪੜਾਅ ਹੈ ਉਸ ਦੀ ਵੀ ਸ਼ੁਰੂਆਤ ਹੋਣ ਜਾ ਰਹੀ ਹੈ। ਕਿਸ ਤਰ੍ਹਾਂ ਦੇਖਦੇ ਹੋ ਇਸ ਸਭ ਨੂੰ ਕਿ ਰਾਹਤ ਢਿੱਲ ਵੀ ਦਿੱਤੀ ਜਾਣੀ ਹੈ ਤੇ ਦੂਜੇ ਪਾਸੇ ਕਰੋਨਾ ਵਾਇਰਸ ਦੇ ਮਾਮਲੇ ਵੀ ਲਗਾਤਾਰ ਵਧਦੇ ਜਾ ਰਹੇ ਨੇ? ਬਿਲਕੁਲ, ਜਿਹੜੀ ਇਹ ਚੌਥੀ ਸਟੇਜ ਸੀ ਇਹ 7 ਸਤੰਬਰ ਤੋਂ ਸ਼ੁਰੂ ਹੋਣੀ ਸੀਗੀ
ਔਰ ਜਿਹਦੇ ਵਿੱਚ ਇੱਕ ਵੱਡੀ ਗੱਲ ਇਹ ਸੀ ਜਿਸ ਤੋਂ ਲੋਕ ਵੱਡੀ ਰਾਹਤ ਚਾਹੁੰਦੇ ਨੇ ਮਾਸਕ ਪਾਉਣ ਤੋਂ, ਔਰ ਉਹਦੇ ਵਿੱਚ ਇਹ ਹੋਣਾ ਸੀ ਕਿ ਮਾਸਕ ਕਿਤੇ ਵੀ ਮੈਂਡੇਟਰੀ ਨਹੀਂ ਹੋਣਾ ਸੀ, ਤੁਹਾਡੀ ਆਪਣੀ ਮਰਜ਼ੀ ਸੀ ਕਿ ਤੁਸੀਂ ਮਾਸਕ ਪਾਉਣਾ ਆ ਜਾਂ ਨਹੀਂ ਪਾਉਣਾ ਆ। ਪਰ ਇਹ ਚੌਥਾ ਫੇਜ਼ ਆਉਣ ਤੋਂ ਪਹਿਲਾਂ BC ਵਿੱਚ ਇੱਕ ਵਾਰੀ ਫੇਰ ਮਾਸਕ ਜਿਹੜੇ ਉਹ ਮੈਂਡੇਟਰੀ ਕਰਨੇ ਪਏ ਨੇ, ਔਰ ਇਸ ਵਕਤ ਤੁਹਾਨੂੰ ਹਰ ਥਾਂ ਜਿਹੜੀਆਂ ਪਬਲਿਕ ਸਪੇਸਿਸ ਨੇ ਉੱਥੇ ਸੋਸ਼ਲ ਡਿਸਟੈਂਸ ਦਾ ਵੀ ਖਿਆਲ ਰੱਖਣਾ ਪੈ ਰਿਹਾ ਤੇ ਨਾਲ ਤੁਹਾਨੂੰ ਮਾਸਕ ਵੀ ਪਾਉਣੇ ਪੈ ਰਹੇ ਨੇ, ਕਿਉਂਕਿ ਕੇਸ ਇੱਕਦਮ ਬਹੁਤ ਵੱਧ ਗਏ ਨੇ। ਔਰ ਲਗਭਗ 94% ਕੇਸ ਉਹਨਾਂ ਲੋਕਾਂ 'ਚ ਆ ਰਹੇ ਨੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ ਆ, ਜਿਹਦੇ ਕਰਕੇ ਪ੍ਰੂਫ ਆਫ ਵੈਕਸੀਨੇਸ਼ਨ ਦਾ ਐਲਾਨ ਕੀਤਾ ਗਿਆ ਜੋ 13 ਸਤੰਬਰ ਤੋਂ ਸ਼ੁਰੂ ਹੋ ਰਿਹਾ, ਜਿਸ ਤੋਂ ਬਾਅਦ ਗਿਣਤੀ ਵਧੀ ਆ ਲੋਕਾਂ ਦੀ ਜੋ ਵੈਕਸੀਨ ਲਵਾਉਣ ਲਈ ਹੁਣ ਭੱਜ ਰਹੇ ਨੇ। ਪਰ ਜੇਕਰ ਤੁਹਾਨੂੰ ਅੱਜ ਦਾ ਅੰਕੜਾ ਦੱਸੀਏ BC ਦੇ ਵਿੱਚ ਕੋਵਿਡ ਦੇ ਹਾਲਾਤ ਦਾ, ਤਾਂ ਅੱਜ ਪਿਛਲੇ 24 ਘੰਟਿਆਂ ਦੌਰਾਨ 655 ਮਾਮਲੇ ਜਿਹੜੇ ਉਹ ਸਾਹਮਣੇ ਆਏ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਿਹਦੇ ਵਿੱਚ ਅਸੀਂ ਇਸ ਵਕਤ ਜੇਕਰ ਫਰੇਜ਼ਰ ਹੈਲਥ ਦੀ ਗੱਲ ਕਰੀਏ ਤਾਂ 186 ਮਾਮਲੇ ਅੱਜ ਨਵੇਂ ਸਾਹਮਣੇ ਆਏ ਨੇ ਤੇ ਟੋਟਲ ਐਕਟਿਵ ਕੇਸ 1418 ਹੋ ਚੁੱਕੇ ਨੇ। 99 ਕੇਸ ਜਿਹੜੇ ਉਹ ਵੈਨਕੂਵਰ ਕੋਸਟਲ ਹੈਲਥ ਵਿੱਚ ਆਏ ਨੇ, ਜਿੱਥੇ ਐਕਟਿਵ ਕੇਸਾਂ ਦੀ ਗਿਣਤੀ ਜਿਹੜੀ ਆ 1026 ਪਹੁੰਚ ਚੁੱਕੀ ਆ। ਜੇਕਰ ਅਸੀਂ ਇੰਟੀਰੀਅਰ ਹੈਲਥ ਰੀਜਨ ਜਿੱਥੇ ਇਸ ਵਕਤ ਸਭ ਤੋਂ ਵੱਧ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਨੇ, ਤਾਂ 242 ਮਾਮਲੇ ਅੱਜ ਸਿਰਫ ਉੱਥੋਂ ਨੇ 655 ਦੇ ਵਿੱਚੋਂ, ਤੇ ਉੱਥੇ ਕੁੱਲ ਜਿਹੜੇ ਐਕਟਿਵ ਕੇਸ ਇਸ ਵਕਤ 2495, ਲਗਭਗ 2500 ਕੇਸ ਅਸੀਂ ਕਹਿ ਸਕਦੇ ਹਾਂ, ਤੇ 60 ਕੇਸ ਨਾਰਥਨ ਹੈਲਥ ਰੀਜਨ ਤੋਂ ਤੇ 68 ਕੇਸ ਆਈਲੈਂਡ ਹੈਲਥ ਰੀਜਨ ਤੋਂ ਸਾਹਮਣੇ ਆਏ ਨੇ। ਸੋ ਕੁੱਲ ਜਿਹੜੇ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ 6000 ਜਿਹੜੇ ਉਹ ਮਾਮਲੇ ਉਹ ਸਾਹਮਣੇ ਆ ਚੁੱਕੇ ਨੇ ਇਸ ਵਕਤ ਕਰੋਨਾ ਵਾਇਰਸ ਤੇ, ਜਿਹਦੇ ਵਿੱਚੋਂ 187 ਲੋਕ ਜਿਹੜੇ ਉਹ ਹਸਪਤਾਲ 'ਚ ਦਾਖਲ ਨੇ ਤੇ 103 ਵਿਅਕਤੀ ਜਿਹੜੇ ਇਸ ਵਕਤ ਜਿਨ੍ਹਾਂ ਦੀ ਹਾਲਤ ਅਸੀਂ ਕਹਿ ਸਕਦੇ ਕਿ ਇਸ ਵਕਤ ਗੰਭੀਰ ਹੈ, ਜੋ ICU ਵਿੱਚ ਜਿਨ੍ਹਾਂ ਨੂੰ ਰੱਖਿਆ ਗਿਆ ਵਾ। ਸੋ ਇਸ ਤਰੀਕੇ ਨਾਲ ਹਾਲਾਤ ਜਿਹੜੇ ਆ ਵਿਗੜ ਰਹੇ ਨੇ, ਪਰ ਜਿਸ ਤਰੀਕੇ ਨਾਲ ਤੁਸੀਂ ਡਾਕਟਰ ਬੌਨੀ ਹੈਨਰੀ ਹੁਣਾਂ ਜ਼ਿਕਰ ਕੀਤਾ ਕਿ ਇਹ ਉਹਨਾਂ ਲਈ ਅਗਲੀ ਵੇਵ ਆ ਰਹੀ ਹੈ ਜਿਨ੍ਹਾਂ ਨੇ ਹਾਲੇ ਤੱਕ ਵੈਕਸੀਨ ਨਹੀਂ ਲਵਾਈ ਆ। ਸੋ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਵੈਕਸੀਨ ਲਗਵਾਈ ਜਾਵੇ ਤਾਂ ਕਿ ਵੱਧ ਤੋਂ ਵੱਧ ਲੋਕ ਸੁਰੱਖਿਅਤ ਰਹਿ ਸਕਣ। ਜੀ ਬਿਲਕੁਲ। ਸੋ ਇੱਥੇ ਵੀ ਗੱਲ ਕਰਨੀ ਬਣਦੀ ਹੈ ਕਿ ਲਗਾਤਾਰ ਜਿਹੜੇ ਮਾਹਰ ਨੇ ਉਹ ਵੀ ਸਲਾਹ ਦੇ ਰਹੇ ਨੇ ਕਿ ਕੋਵਿਡ-19 ਵੈਕਸੀਨ ਲਗਾਈ ਜਾਵੇ। ਜਿਹੜੇ ਹੈਲਥ ਵਿਭਾਗ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਹੁਣ ਜਿਹੜੇ ਬਹੁਤੇ ਜਿਹੜੇ ਲੋਕ ਨੇ ਉਹ ਨਹੀਂ ਚਾਹੁੰਦੇ ਵੈਕਸੀਨ ਹਾਸਲ ਕਰਨਾ। ਹਾਲਾਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲਾਜ਼ਮੀ ਜ਼ਰੂਰ ਕਰ ਦਿੱਤਾ ਗਿਆ ਹੈ ਕਿ ਹੁਣ ਤੁਹਾਡੇ ਲਈ ਜਿਹੜੀਆਂ ਕੁਝ ਚੀਜ਼ਾਂ ਦੇ ਵਿੱਚ ਹਿੱਸਾ ਲੈਣ ਦੇ ਲਈ 2 ਡੋਜ਼ ਲੱਗੇ ਹੋਣੇ ਜ਼ਰੂਰੀ ਨੇ, ਪਰ ਫਿਰ ਵੀ ਇਸ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਸ ਬਾਰੇ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਜਿਸ ਤਰੀਕੇ ਨਾਲ ਆਪਾਂ ਪਹਿਲੀ ਖਬਰ ਜ਼ਿਕਰ ਕੀਤਾ ਸੀ, ਉਹ ਜਿਹੜੇ ਲੋਕ ਵਿਰੋਧ ਕਰਦੇ ਨੇ ਉਹ ਜਸਟਨ ਟਰੂਡੋ ਦਾ ਵੀ ਵਿਰੋਧ ਜਾ ਕੇ ਕਰਦੇ ਨੇ ਕਿ ਅਸੀਂ ਵੈਕਸੀਨ ਨਹੀਂ ਲਵਾਉਣਾ ਚਾਹੁੰਦੇ, ਔਰ ਇਹ ਜ਼ਰੂਰੀ ਲਾਜ਼ਮੀ ਨਹੀਂ ਹੋਣੀ ਚਾਹੀਦੀ, ਕਿਉਂਕਿ ਕਈ ਤਰੀਕੇ ਦੀਆਂ ਥਿਊਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਆਇਲੈਂਡ ਵੀ, ਸੋ ਉਹਨਾਂ ਚੋਂ ਕਿਸੇ ਨਾ ਕਿਸੇ ਥਿਊਰੀ 'ਤੇ ਯਕੀਨ ਕਰਦੇ ਨੇ। ਪਰ ਜੇਕਰ ਅਸੀਂ ਇਸ ਵਕਤ ਦੇਖੀਏ ਤਾਂ ਜਿਹੜੇ ਲੋਕ ਕਹਿੰਦੇ ਸੀ ਕਿ ਸ਼ਾਇਦ ਸਾਡਾ ਵੈਕਸੀਨ ਬਿਨਾਂ ਸਰ ਜੂਗਾ, ਕਿਉਂਕਿ ਕੁਝ ਲੋਕਾਂ 'ਚ ਡਰ ਵੀ ਸੀ ਕਿ ਇਹ ਸੇਫ ਹੋਊਗੀ ਜਾਂ ਕਿਸ ਤਰੀਕੇ ਨਾਲ, ਜਾਂ ਇਸ ਵੈਕਸੀਨ ਦੇ ਸਾਈਡ ਇਫੈਕਟ ਕਿਸ ਤਰੀਕੇ ਨਾਲ ਹੋਣਗੇ, ਕੁਝ ਲੋਕਾਂ 'ਚ ਅਜਿਹਾ ਵੀ ਡਰ ਸੀ। ਪਰ ਹੁਣ ਜੇਕਰ ਅਸੀਂ ਮੁਕਾਬਲੇ ਦੇਖੀ ਹੋਰਨਾਂ ਮੁਲਕਾਂ ਦੇ ਤਾਂ ਲੋਕਾਂ ਨੇ ਬੜਾ ਉਤਸ਼ਾਹ ਦਿਖਾਇਆ। ਇੱਥੇ ਬਹੁਤ ਲੰਬੀਆਂ ਲਾਈਨਾਂ ਲੱਗਦੀਆਂ ਰਹੀਆਂ ਨੇ ਵੈਕਸੀਨ ਲਈ, ਵੱਡੀ ਗਿਣਤੀ 'ਚ ਲੋਕਾਂ ਨੇ ਵੈਕਸੀਨ ਲਵਾਈ ਆ। ਸੋ ਕੁਝ ਜਿਹੜੀ ਉਹ ਵਖਰੇਵੇਂ ਜਿਹੜੇ ਉਹ ਜ਼ਰੂਰ ਹੁੰਦੇ ਆ, ਪਰ ਫਿਰ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਵੱਡੀ ਪੱਧਰ ਤੇ ਵੈਕਸੀਨੇਸ਼ਨ ਆਲਰੇਡੀ ਕੈਨੇਡਾ 'ਚ ਹੋ ਚੁੱਕੀ ਆ, ਔਰ ਜਿਹੜੇ ਲੋਕ ਰਹਿ ਗਏ ਨੇ, ਔਰ ਜਦੋਂ ਹੁਣ ਪ੍ਰੂਫ ਆਫ ਵੈਕਸੀਨੇਸ਼ਨ ਦੀ ਗੱਲ ਹੋਈ ਆ ਤਾਂ ਉਹਦੇ ਵਿੱਚੋਂ ਵੀ ਬਹੁਤ ਜਾ ਰਹੇ ਨੇ। ਪਰ ਇਹ ਵੀ ਗੱਲ ਲਾਜ਼ਮੀ ਹੈ ਕਿ ਹਾਲੇ ਵੀ ਕੁਝ ਲੋਕ ਜ਼ਰੂਰ ਰਹਿ ਜਾਣਗੇ ਜੋ ਵੈਕਸੀਨ ਨਹੀਂ ਲਵਾਉਣਗੇ, ਕਿਉਂਕਿ ਉਹਨਾਂ ਦਾ ਵੀ ਆਪਣੀ ਸੋਚ ਤੇ ਨਾਲ ਵਖਰੇਵੇਂ ਜ਼ਰੂਰ ਨੇ। ਸੋ ਇਸ ਕਰਕੇ ਕੋਸ਼ਿਸ਼ ਵੱਧ ਤੋਂ ਵੱਧ ਕੀਤੀ ਜਾ ਰਹੀ ਹੈ ਕਿ ਲੋਕ ਵੱਧ ਤੋਂ ਵੱਧ ਵੈਕਸੀਨ ਲਵਾਉਣ। ਲਗਭਗ 90% ਦਾ ਟਾਰਗੇਟ ਹੁਣ ਸੂਬੇ ਰੱਖ ਕੇ ਚੱਲ ਰਹੇ ਨੇ ਕਿ ਇੰਨੀ ਕੁ ਵੈਕਸੀਨ ਅਸੀਂ ਕਰ ਦਈਏ ਤਾਂ ਕਿ ਹਾਲਾਤ ਜਿਹੜੇ ਆ ਫਿਰ ਬਹੁਤੇ ਗੰਭੀਰ ਨਹੀਂ ਬਣ ਸਕਦੇ। ਜੇ ਵੱਡੀ ਮਾਤਰਾ 'ਚ ਲੋਕ ਵੈਕਸੀਨੇਟਡ ਹੋਣਗੇ ਤਾਂ ਫਿਰ ਉਸ ਤਾਦਾਦ ਦੇ ਵਿੱਚ ਨਾ ਫਿਕਰ ਕਰਨ ਦੀ ਲੋੜ ਹੋਊਗੀ ਤੇ ਨਾ ਹੀ ਉਸ ਤਾਦਾਦ ਦੇ ਵਿੱਚ ਕੇਸ ਹੋਣਗੇ। ਜੀ ਬਿਲਕੁਲ, ਖਾਸ ਤੌਰ ਦੇ ਉੱਪਰ ਡੈਲਟਾ ਵੇਰੀਐਂਟ ਦੇ ਕਾਰਨ ਵੀ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਕੋਵਿਡ-19 ਵੈਕਸੀਨ ਨੂੰ ਜਲਦ ਹਾਸਲ ਕਰ ਲੈਣਾ ਚਾਹੀਦਾ ਹੈ। ਇਸ ਦੇ ਨਾਲ ਤੁਹਾਨੂੰ ਹੀ ਜਿਹੜੀ ਹੈ ਉਹ ਵੇਰੀਐਂਟ ਤੋਂ ਸੁਰੱਖਿਆ ਤੇ ਕੋਵਿਡ-19 ਤੋਂ ਸੁਰੱਖਿਆ ਮਿਲੇਗੀ। ਸੋ ਅੱਜ ਦੇ ਲਈ ਇੰਨਾ ਹੀ। ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਤੁਹਾਡੇ ਨਾਲ ਕੀਤੀ ਹੈ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ। ਅਸੀਂ ਇਹਨਾਂ तमाम ਖਬਰਾਂ ਦੇ ਉੱਪਰ ਵਿਚਾਰ ਲਏ ਨੇ ਤੇ ਇਸੇ ਤਰ੍ਹਾਂ ਜਿਹੜੀਆਂ ਤਾਜ਼ਾ ਤੇ ਨਵੀਆਂ ਖਬਰਾਂ ਨੇ ਉਹਨਾਂ ਦੇ ਵਾਸਤੇ ਤੁਸੀਂ TV ਪੰਜਾਬ ਦੇ ਨਾਲ ਜੁੜੇ ਰਹੋ। ਫਿਲਹਾਲ ਸਾਨੂੰ ਦਿਓ ਇਜਾਜ਼ਤ।